ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਪ੍ਰੋਗਰਾਮ ਵਿੱਚ। ਪਿਛਲੇ ਕੁਝ ਸਮੇਂ ਤੋਂ ਗਿਆਨੀ ਜਗਦੀਸ਼ ਸਿੰਘ ਜੀ ਜਿਹੜੇ ਕਿ ਮੁੱਖ ਸੇਵਾਦਾਰ ਹਨ ਗੁਰਦੁਆਰਾ ਸਿੰਘ ਸਭਾ ਸਰੀ ਵਿੱਚ, ਇੱਥੇ ਆ ਕੇ ਸਾਡੇ ਨਾਲ ਇੰਪੋਰਟੈਂਟ ਇਸ਼ੂਜ਼ ਤੇ ਗੱਲਬਾਤ ਕਰ ਰਹੇ ਨੇ ਜਿਹੜੇ ਕਿ ਅੱਜ ਅਸੀਂ ਫੇਸ ਕਰ ਰਹੇ ਹਾਂ। ਪਿਛਲੇ ਹਫਤੇ ਅਸੀਂ ਗੱਲਬਾਤ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਅਸੀਂ ਆਪਣਾ ਗੁਰੂ ਕਹਿੰਦੇ ਹਾਂ, ਪਰ ਕੀ ਅਸੀਂ ਗੁਰੂ ਦੀ ਮੰਨਦੇ ਹਾਂ ਤੇ ਉਸ ਗੁਰੂ ਦੀ ਮੰਨਣ ਵਾਸਤੇ ਸਾਨੂੰ ਕੀ ਕੁਝ ਕਰਨ ਦੀ ਲੋੜ ਹੈ। ਲਾਸਟ ਟਾਈਮ ਭਾਈ ਸਾਹਿਬ ਨੇ ਦੋ ਚੀਜ਼ਾਂ ਉੱਤੇ ਸਟ੍ਰੈਸ ਕੀਤਾ ਸੀ ਕਿ ਪਹਿਲੀ ਗੱਲ ਤਾਂ ਕਿੰਨਾ ਕੁ ਸਮਾਂ ਅਸੀਂ ਕੱਢ ਰਹੇ ਹਾਂ ਐਤਵਾਰ ਨੂੰ ਜਾਂ ਕੋਈ ਫੰਕਸ਼ਨ ਤੇ ਤਾਂ ਅਸੀਂ ਭਾਵੇਂ ਗੁਰਦੁਆਰੇ ਚਲੇ ਜਾਈਏ, ਪਰ ਕੀ ਕੋਈ ਅਸੀਂ ਐਸਾ ਸਕੇਜੂਲ ਬਣਾਇਆ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਅਸੀਂ ਉੱਥੇ ਜਾ ਕੇ ਬੈਠ ਕੇ ਗੁਰਬਾਣੀ ਨੂੰ ਸਰਵਣ ਕਰੀਏ, ਜਾਂ ਘਰਾਂ ਦੇ ਵਿੱਚ ਕੀ ਐਸਾ ਇੱਕ ਮਾਹੌਲ ਕ੍ਰੀਏਟ ਕਰ ਰਹੇ ਹਾਂ ਕਿ ਸਮਾਂ ਕੱਢ ਕੇ ਅਸੀਂ ਆਪ ਵੀ ਬਾਣੀ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਵੀ ਜੋੜ ਸਕੀਏ। ਇसी ਸੰਬੰਧ ਵਿੱਚ ਇਹ ਜਿਹੜੇ ਬੇਸਿਕ ਸਟੈਪਸ ਦੇ ਬਾਰੇ ਗੱਲਬਾਤ ਕੀਤੀ ਸੀ, ਆਓ ਉसी ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਜਾਣਕਾਰੀ ਲੈਣੇ ਕਿ ਕਿਸ ਤਰੀਕੇ ਨਾਲ ਇਹ ਜਿਹੜੇ ਕਦਮ ਨੇ ਸਲੋਲੀ ਲੈ ਕੇ ਛੋਟੇ ਸਟੈਪਸ ਲੈ ਕੇ ਅਸੀਂ ਗੁਰੂ ਸਾਹਿਬ ਦਾ ਜੋ ਸਹੀ ਸਿਧਾਂਤ ਹੈ ਉਸ ਨਾਲ ਜੁੜ ਸਕਦੇ ਹਾਂ। ਜੀ ਆਨੰਦ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਛਲੀ ਵਾਰ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਕਿੰਨਾ ਕੁ ਸਮਾਂ ਅਸੀਂ ਕੱਢਦੇ ਹਾਂ, ਇਹ ਅਸੀਂ ਆਪ ਝਾਤ ਮਾਰ ਕੇ ਦੇਖੀਏ ਤੇ ਗੁਰੂ ਜੋ ਸਾਨੂੰ ਕਹਿ ਰਿਹਾ ਹੈ ਕਿ ਸਿਰਫ ਅਸੀਂ ਨਮਸਤਕ ਹੀ ਹੋ ਰਹੇ ਹਾਂ ਜਾਂ ਉਸਨੂੰ ਸੁਣ ਵੀ ਰਹੇ ਹਾਂ। ਸੋ ਹੁਣ ਇੱਕ ਤਾਂ ਹੋ ਗਿਆ ਕਿ ਜੀ ਸਮਾਂ ਕੱਢ ਕੇ ਗੁਰਦੁਆਰੇ ਆਉਣਾ ਜ਼ਰੂਰ ਚਾਹੀਦਾ ਹੈ, ਇਹ ਨਹੀਂ ਕਿ ਸਿਰਫ ਫੰਕਸ਼ਨਾਂ ਦੇ ਦੌਰਾਨ। ਦੂਸਰਾ, ਘਰ ਦੇ ਵਿੱਚ ਸਮਾਂ ਕੱਢ ਕੇ ਬੱਚਿਆਂ ਨਾਲ ਬਾਣੀ ਦੀਆਂ ਗੱਲਾਂ, ਸਾਖੀਆਂ, ਗੁਰੂ ਗ੍ਰੰਥ ਸਾਹਿਬ ਵਿੱਚ ਬੇਸਿਕ ਜੋ ਜਿੰਨੀ ਸਾਨੂੰ ਸਮਝ ਉਸ ਅਨੁਸਾਰ ਦੱਸਣਾ। ਉਸ ਤੋਂ ਅੱਗੇ ਹੋਰ ਕੀ ਕਰਨ ਦੀ ਲੋੜ ਜੀ? ਦੇਖੋ, ਸਵਾਲ ਤਾਂ ਬਹੁਤ ਨੇ ਸਾਡੇ ਤੇ ਰੋਜ਼ ਦੇ ਮਰਰਾ ਦੇ ਵਿੱਚ ਅਸੀਂ ਦੇਖਦੇ ਹਾਂ ਜੀ ਵੀ ਗੁਰਦੁਆਰੇ ਦੇ ਵਿੱਚ ਜੋ ਕੁਝ ਹੋਣਾ ਚਾਹੀਦਾ ਉਹ ਹੁੰਦਾ ਨਹੀਂ ਜੀ। ਪਹਿਲੀ ਤਾਂ ਗੱਲ ਅਸਾਂ ਪੈਸਿਲਿਆਂ ਦੀ ਕਰਦੀ ਇਹ ਗੱਲ ਵੀ ਸਮਾਂ ਨਹੀਂ। ਸਮਾਂ ਸਾਡੇ ਕੋਲ ਸਿਰਫ ਗੁਰੂ ਵਾਸਤੇ ਇੰਨਾ ਕੀ ਆ ਵੀ ਜਿੰਨਾ ਕੁ ਕਾਰ ਚੋਂ ਨਿਕਲ ਕੇ ਤੇ ਜੋੜੇ ਲਾਉਣ ਤੱਕ, ਠੀਕ, ਤੇ ਜਾਂ ਜੋ ਭੇੜਾ ਕਰਨੀ ਉਹ ਕੱਢ ਤੋਂ ਜਿੱਦਾਂ ਕਿ ਜਾਣ ਤੱਕ ਉੱਥੇ ਮੱਥਾ ਟੇਕ ਕੇ ਪ੍ਰਸ਼ਾਦ ਲੈਣ ਦਾ ਵੀ ਸਾਡੇ ਕੋਲ ਸਮਾਂ ਨਹੀਂ। ਅੱਛਾ, ਜੇ ਮਾਲਕ ਦੀ ਕਿਰਪਾ ਨਾਲ ਜੇ ਅਸੀਂ ਪ੍ਰਸ਼ਾਦ ਗੁਰੂ ਦੀ ਕਿਰਪਾ ਨਾਲ ਸ਼ਰਧਾ ਭਾਵਨਾ ਤੇ ਪਿਆਰ ਨਾਲ ਲੈਂਦੇ ਆ ਨਾ, ਤੇ ਦੁਖਾਂਤ ਇਹ ਹੈ ਕਿ ਸਾਡੇ ਕੋਲ ਇਹ ਵੀ ਸਾਨੂੰ ਨਹੀਂ ਪਤਾ ਕਿ ਅਸੀਂ ਇਹ ਪ੍ਰਸ਼ਾਦ ਹੈ, ਇਹ ਕੋਈ ਐਸੀ ਸਵੀਟ ਡਿਸ਼ ਨਹੀਂ ਹੈਗੀ, ਇਹ ਗੁਰੂ ਦੀ ਬਖਸ਼ਿਸ਼ ਹੈ। ਰਾਈਟ। ਕਿਉਂਕਿ ਇਹ ਕਿਨਕਾ ਵੀ ਹੋ ਸਕਦਾ ਮਾਲਕ ਦੀ ਐਸੀ ਕਿਰਪਾ ਹੋ ਜੇ ਸਾਡੇ ਕਈ ਰੋਗ ਦੂਰ ਕਰ ਦੇਵੇ, ਪਰ ਸਾਡੇ ਕੋਲ ਸਮਾਂ ਨਹੀਂ। ਅਸੀਂ ਪ੍ਰਸ਼ਾਦ ਲੈ ਕੇ ਤੇ ਬਸ ਤੁਰਦੇ ਛਕ ਕੇ ਤੇ ਤੁਰ ਜਾਂਦੇ ਹਾਂ। ਵੈਸੇ ਹੋਣਾ ਤੇ ਚਾਹੀਦਾ ਜਦੋਂ ਅਸੀਂ ਗੁਰੂ ਵਾਸਤੇ ਆਉਨੇ ਆ, ਚਲੋ ਆਪਾਂ ਜਾਣਾ ਕੰਮਾਂ ਤੇ ਜਾਣਾ ਜਾਂ ਕੋਈ ਸਾਨੂੰ ਕੁਝ ਕੰਮ ਆ, ਆਪਾਂ ਉਸ ਦੇ ਹਿਸਾਬ ਨਾਲ ਪਹਿਲਾਂ ਹੀ ਜਿਹੜਾ ਸਮਾਂ ਉਹਦੇ ਮੁਤਾਬਕ ਅਸੀਂ ਸਮਾਂ ਕੱਢੀਏ ਕਿ ਹਾਂ ਅਸੀਂ 5-7-10 ਮਿੰਟ ਗੁਰਦੁਆਰਾ ਸਾਹਿਬ ਦੀ ਗੁਰੂ ਦੀ ਗੋਦ ਵਿੱਚ ਜਾ ਕੇ ਬਹਿਣਾ। ਮੈਂ ਇੱਕ ਨਿਆਵੀ ਉਦਾਹਰਨ ਦੇਣਾ। ਆਪਾਂ ਜਦੋਂ ਕਿਸੇ ਵੀ ਟਰੈਵਲ ਕਰਦੇ ਹਾਂ ਜੀ ਬਾਹਰਲੇ ਦੇਸ਼ 'ਚ, ਆਪਣਾ ਸਕੈਜਲ ਅਸੀਂ ਕਿੰਨਾ ਚਿਰ ਪਹਿਲਾਂ ਬਣਾਇਆ ਹੁੰਦਾ ਕਿ ਸਾਡੀ ਫਲਾਈਟ ਜਿਹੜੀ ਆ ਉਹ ਫਰਜ਼ ਕੀਤਾ ਵੀ ਕੱਲ ਫਰਾਈਡੇ ਨੂੰ ਇੰਨੇ ਵਜੇ ਜਾਣਾ। ਆਪਾਂ ਦੇਖੋ 2-3 ਘੰਟੇ ਘਰੋਂ ਪਹਿਲਾਂ ਤੁਰਦੇ ਹਾਂ। ਠੀਕ। ਹਾਲਾਂ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਫਲਾਈਟ ਡਿਲੇ ਹੋਣੀ ਹੈ, ਰਾਈਟ, ਜਾਂ ਫਲਾਈਟ ਰਾਈਟ ਟਾਈਮ ਤੇ ਚਲੀ ਜਾਣੀ ਹੈ। ਲੇਕਿਨ ਅਸੀਂ 3 ਘੰਟੇ ਪਹਿਲਾਂ ਤਕਰੀਬਨ 에ਅਰਪੋਰਟ ਤੇ ਪਹੁੰਚਦੇ ਹਾਂ। ਠੀਕ। ਸਾਨੂੰ ਆਪਣਾ ਫਿਕਰ ਹੁੰਦਾ ਕਿ ਆਪਾਂ ਜਹਾਜ਼ ਤੇ ਚੜ੍ਹਨਾ ਤੇ ਆਪਾਂ ਆਪਣੇ ਮੰਜ਼ਿਲ ਤੇ ਪਹੁੰਚਣਾ। ਠੀਕ। ਪਰ ਕਦੀ ਮਨੁੱਖ ਨੇ ਇਹ ਨਹੀਂ ਸੋਚਿਆ ਵੀ ਜਿਸ ਜਹਾਜ਼ ਤੇ ਅਸੀਂ ਚੜ੍ਹਨ ਜਾ ਰਹੇ ਹਾਂ, ਇਸ ਜਹਾਜ਼ ਨੇ ਸਾਨੂੰ ਕਿੱਥੇ ਪਹੁੰਚਾਉਣਾ, ਕਿਉਂਕਿ ਆਪਣੀਆਂ ਮੰਜ਼ਿਲਾਂ ਤੇ ਤੈਅ ਕਰਨ ਵਾਸਤੇ ਅਸੀਂ ਸਾਰੇ ਸਾਧਨ ਬਣਾ ਲਏ। ਠੀਕ। ਲੇਕਿਨ ਜਿਹੜਾ ਗੁਰਮੁਖ ਪਿਆਰਾ ਲੋਕ ਤੇ ਪਰਲੋਕ ਹੈ, ਹਲਤ ਤੇ ਪਲਤ ਸਵਾਰਨਾ, ਕਿਉਂਕਿ ਇਹ ਆਤਮਾ ਕਿਸੇ ਥਾਂ ਤੋਂ ਆਈ ਹੈ ਜੀ। ਇਹ ਆਤਮਾ ਨੇ ਫਿਰ ਉਸ ਪਰਮਾਤਮਾ ਦੇ ਘਰ ਵਿੱਚ ਜਾਣਾ, ਤੇ ਆਤਮਾ ਪਰਮਾਤਮਾ ਨੇ ਭੇਜੀ ਇਸੇ ਕਰਕੇ ਮਨੁੱਖਾ ਦੇਹੀ ਵਿੱਚ ਕਿ ਇਹਨੂੰ ਤੂੰ ਸਫਲ ਕਰਨਾ ਜੀ। ਹੁਣ ਸਫਲ ਕਰਨ ਦਾ ਇੱਕੋ ਇੱਕ ਸਾਧਨ ਹੈ ਸਾਡੇ ਕੋਲ, ਉਹ ਹੈ ਗੁਰੂ। ਠੀਕ। ਗੁਰੂ ਤੋਂ ਬਗੈਰ ਮਨੁੱਖਾ ਜੀਵਨ ਸਫਲ ਨਹੀਂ ਹੋ ਸਕਦਾ, ਕਿਉਂਕਿ ਮਾਲਕ ਦੇ ਬੜੇ ਬਚਨ ਨੇ ਜਿਹੜੇ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ। ਰੋਜ਼ ਨਿੱਤਾ ਪ੍ਰਤੀ ਸਾਡਾ ਕਰਮ ਹੈ ਆਸਾ ਦੀ ਵਾਰ ਦੇ ਕੀਰਤਨ ਦਾ, ਔਰ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਜੀ। ਔਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਆਸਾ ਦਾ ਵਾਰ ਦਾ ਕੀਰਤਨ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਹੀ ਆ। ਠੀਕ। ਸੁਣਦਾ ਫਿਰ ਖਿਮਾ ਕਰਨਾ, ਸੁਣਨ ਵਾਲੇ ਨਹੀਂ ਹੈਗੇ ਜੀ, ਸੁਣਨ ਵਾਲੇ ਨਹੀਂ ਗੇ। ਠੀਕ। ਆਪਾਂ ਕਈ ਵਾਰ ਤੇ ਆਖਦੇ ਨੇ, ਠੀਕ ਆ ਮੇਰੀਆਂ ਗੱਲਾਂ ਕਈ ਵਾਰ ਸਿੱਧੀਆਂ ਹੁੰਦੀਆਂ, ਮੈਂ ਕਹਿ ਵੀ ਦੇਣਾ ਕਿ ਨਾ ਤੇ ਪ੍ਰਚਾਰਕ ਕੋਲ ਸਮਾਂ ਹੈਗਾ ਸੁਣਨ ਦਾ, ਤੇ ਨਾ ਪ੍ਰਬੰਧਕ ਕੋਲ ਹੀ ਹੈਗਾ। ਠੀਕ। ਇਹ ਜੋ ਕੁਝ ਵੀ ਬਣਾਇਆ ਗਿਆ ਇਹ ਧਾਰਮਿਕ ਸਿਰਫ ਸੰਗਤਾਂ ਵਾਸਤੇ ਹੀ ਆ, ਕਿ ਪ੍ਰਬੰਧਕ ਵੇਖੋ ਆਪਣੇ ਸੇਵਾ ਵਿੱਚ ਲੱਗੇ ਨੇ ਜੀ, ਪ੍ਰਚਾਰਕ ਸ਼੍ਰੇਣੀ ਆਪਣੇ ਕਰਮਾਂ ਵਿੱਚ ਲੱਗੀ ਹੈ, ਕਿਉਂਕਿ ਉਸਨੇ ਕਥਾ ਕੀਤੀ ਜਾਂ ਮੈਂ ਕਥਾ ਕੀਤੀ, ਆਪਣੀ ਕੀਤੀ, ਮੈਂ ਚੁਰ ਗਿਆ। ਰਾਈਟ। ਬਾਕੀ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਪਾਸ ਵੀ ਇੰਨਾ ਸਮਾਂ ਨਹੀਂ। ਹੁਣ ਆਸਾ ਦੀ ਵਾਰ ਦਾ ਕੀਰਤਨ ਹਰ ਇੱਕ ਗੁਰਦੁਆਰਾ ਸਾਹਿਬ ਕੇ ਰੋਜ਼ ਹੋ ਰਿਹਾ। ਠੀਕ।
ਕੋਈ ਵਡਭਾਗੇ ਪ੍ਰਾਣੀ ਨੇ ਜਿਹੜੇ ਗੁਰੂ ਦੀ ਗੋਦ ਵਿੱਚ ਬਹਿ ਕੇ ਥੋੜੇ 5-4 ਸਰੀਰ ਜਿਹੜੇ ਬੈਠ ਕੇ ਸੁਣਦੇ ਨੇ। ਲੇਕਿਨ ਆਸਾ ਦੀ ਵਾਰ ਦਾ ਕੀਰਤਨ ਤਕਰੀਬਨ ਹਰ ਰੋਜ਼ ਹੁੰਦਾ ਤੇ ਜਿਹਦੇ ਵਿੱਚ ਪਹਿਲੇ ਹੀ ਸ਼ਬਦ ਦੇ ਵਿੱਚ ਸਤਿਗੁਰ ਨੇ ਗੁਰੂ ਦਾ ਸਿਧਾਂਤ ਕਿਹਾ ਵੀ ਗੁਰੂ ਤੋਂ ਬਗੈਰ ਸਾਡੀ ਗੱਲ ਨਹੀਂ ਬਣਨੀ। ਤੇ ਉਹਦੇ ਵਿੱਚ ਸਤਿਗੁਰ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ 100 ਚੰਦਾ ਉਗਵੇ ਸੂਰਜ ਚੜੇ 1000 ਏਤੇ ਚਰਨ ਹੁੰਦੇ ਆ ਗੁਰਬਿਨ ਭਾਈ ਭਾਵੇਂ 100 ਸੂਰਜ ਚੜ ਜੇ 4 ਚੰਦਰਮੇ ਚੜ ਜਾਣ 1000 ਸੂਰਜ ਚੜ ਜਾਣ ਪਰ ਗੁਰੂ ਤੋਂ ਬਗੈਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਠੀਕ। ਔਰ ਸਤਿਗੁਰ ਨੇ ਵੀ ਕਿਹਾ ਕਿ ਗਮਾਰ ਕਹਿੰਦੇ ਸਤਿਗੁਰ ਨੇ ਬੜੀਆਂ ਸੋਹਣੀਆਂ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਪਹਿਲੇ ਤਾਂ ਆਪ ਸਵਾਰਨਾ ਪਊ ਬਿਲਕੁਲ ਫੇਰ ਹੀ ਸੁਖ ਹੋਣ। ਤੇ ਸਤਿਗੁਰ ਇਹ ਵੀ ਕਹਿੰਦੇ ਨੇ ਬਾਹਰ ਦਿਸੇ ਚਾਨਣਾ ਦਿਨ ਅੰਧਿਆਰੀ ਰਾਤ। ਫੇ ਅੰਦਰ ਦੇ ਅਗਿਆਨਤਾ ਦਾ ਅੰਧੇਰਾ ਤੇ ਬਾਹਰ ਚਾਨਣ ਦਿਖਦਾ। ਸੋ ਇਸ ਕਰਕੇ ਜੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਸਭ ਤੋਂ ਪਹਿਲਾਂ ਤੇ ਸਾਨੂੰ ਗੁਰਮੁਖ ਪਿਆਰਿਓ ਸਮਰਪਣ ਹੋਣਾ ਪਏਗਾ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੁਦ ਪੜ੍ਹਦੇ ਨਹੀਂ ਔਰ ਉਹਨਾਂ ਚਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਨਹੀਂ ਆਉਣੀ। ਅੱਜ ਸਾਨੂੰ ਆਮ ਤੌਰ ਤੇ ਇਹ ਸ਼ਿਕਾਇਤ ਵੀ ਮਿਲਦੀ ਆ ਵੀ ਗਿਆਨੀ ਜੀ ਸਿਆਣੇ ਵੀ ਤੁਹਾਡੀ ਉਮਰ ਦੇ ਸਾਡੀ ਉਮਰ ਦੇ ਵੀ ਕਈ ਗੁਰਮੁਖ ਪਿਆਰੇ ਕਹਿੰਦੇ ਆ ਵੀ ਗਿਆਨੀ ਜੀ ਸਾਨੂੰ ਤੇ ਸਮਝ ਨਹੀਂ ਲੱਗਦੀ ਵੀ ਅਸੀਂ ਆਉਨੇ ਆ ਗੁਰਦੁਆਰੇ ਤੇ ਸਾਨੂੰ ਸਮਝ ਨਹੀਂ ਪੈਂਦੀ ਵੀ ਤੁਸੀਂ ਕਹਿੰਦੇ ਕੀ ਜੇ। ਕਾਰਨ ਕੀ ਆ ਕਿ ਅਸੀਂ ਠੀਕ ਹੈ ਸਮਝ ਪੈ ਸਕਦੀ ਆ ਜੇ ਅਸੀਂ ਥੋੜਾ ਜਿਹਾ ਇੰਟਰਸਟ ਲਵਾਂਗੇ। ਜੇ ਅਸੀਂ ਇੰਟਰਸਟ ਹੀ ਨਹੀਂ ਲੈਂਦੇ ਕਿਉਂਕਿ ਬਹਿਣ ਤੋਂ ਪਹਿਲਾਂ ਹੀ ਮਨ ਜਿਹੜਾ ਕਹਿੰਦਾ ਭਾਈ ਉੱਠ ਚੱਲ ਤੇ ਤੇਰਾ ਸਮਾਂ ਗਿਆਨੀ ਤੇ ਬੋਲਦਾ ਰਹਿਣਾ ਇਹਨਾਂ ਦਾ ਤੇ ਕੰਮ ਆ ਕਿਉਂਕਿ ਇਹਨਾਂ ਦੇ ਬੋਲਦੇ ਰਹਿਣਾ ਆਪਾਂ ਚੱਲੀਏ ਕਿਉਂਕਿ ਉਹ ਮਨ ਟਿਕਣ ਨਹੀਂ ਦਿੰਦਾ। ਮਨ ਕਿਉਂ ਨਹੀਂ ਟਿਕਣ ਦਾ ਮੈਂ ਇੱਕ ਉਦਾਹਰਨ ਦੇਵਾਂ ਤੁਹਾਨੂੰ ਕਿ ਮਨੁੱਖ ਤੰਦਰੁਸਤ ਹੈ ਨਾ ਜੀ ਆਪਾਂ 36 ਪ੍ਰਕਾਰ ਦੇ ਭੋਜਨ ਖਾਂਦੇ ਆ ਕਿੰਨੇ ਪਿਆਰ ਨਾਲ ਪ੍ਰਸ਼ਾਦਾ ਛਕਦੇ ਆ ਤੇ ਕਹਿੰਦੇ ਵੀ ਬੜਾ ਸਵਾਦ ਆ ਲੇਕਿਨ ਮਨੁੱਖ ਦਾ ਸਰੀਰ ਬਿਮਾਰ ਹੋ ਜਾਵੇ ਤੇ ਆਪਾਂ ਜਿੰਨੇ ਮਰਜ਼ੀ ਸਾਡੇ ਕੋਲ ਕਹਿੰਦੇ ਜਲ ਛਕ ਨਾ ਜੀ ਸਾਨੂੰ ਕੌੜਾ ਲੱਗਦਾ ਪਾਣੀ ਖਾ ਪ੍ਰਸ਼ਾਦਾ ਨਾ ਕੁਛ ਨਹੀਂ ਛਕਣ ਨੂੰ ਜੀ। ਕਾਰਨ ਕੀ ਹੈ ਸਰੀਰ ਤੰਦਰੁਸਤ ਨਹੀਂ। ਹੁਣ ਜਿਹੜਾ ਮਨੁੱਖ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਬੈਠ ਕੇ ਬਾਣੀ ਉਹਨੂੰ ਚੰਗੀ ਨਹੀਂ ਲੱਗਦੀ ਕਥਾ ਉਹਨੂੰ ਚੰਗੀ ਨਹੀਂ ਲੱਗਦੀ ਇਤਿਹਾਸ ਉਹਨੂੰ ਚੰਗੀ ਨਹੀਂ ਉਹਦਾ ਕਾਰਨ ਇੱਕ ਉਹਦਾ ਮਨ ਬਿਮਾਰ ਆ ਕਿਉਂਕਿ ਮਨ ਬਿਮਾਰ ਆ ਕਿਉਂਕਿ ਮਨ ਉਹ ਖੁਰਾਕ ਜਿਹੜੀ ਮਿਲ ਰਹੀ ਉਹ ਲੈਣਾ ਨਹੀਂ ਚਾਹੁੰਦਾ। ਇਸੇ ਕਰਕੇ ਮਨ ਦੀ ਅਰੋਗਤਾ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ ਹੈ। ਤੇ ਮਨ ਅਰੋਗ ਕਿੱਥੋਂ ਹੋਣਾ ਗੁਰੂ ਦੇ ਬਚਨ ਰਾਹੀਂ। ਜਿੰਨਾ ਚਿਰ ਗੁਰੂ ਕੇ ਸਰਬ ਰੋਗ ਕਾ ਔਖਦ ਨਾਮ ਇਹ ਬਾਹਰੇ ਰੋਗਾਂ ਦੀ ਗੱਲ ਨਹੀਂ ਗੀ ਇਹ ਅੰਦਰਲੇ ਰੋਗਾਂ ਦੀ ਗੱਲ ਆ ਜਿਹੜੀ ਸਤਿਗੁਰੂ ਨੇ ਕਾਮ ਕਰੋ ਲੋਭ ਮੋਹ ਹੰਕਾਰ ਦੀ ਗੱਲ ਕੀਤੀ ਹੈ। ਵੈਸੇ ਸੰਸਾਰ ਵਿੱਚ ਵਿਚਰਦਿਆਂ ਹੋਇਆ ਸਰੀਰਕ ਰੋਗ ਦੇ ਤੇ ਬਹੁਤ ਸਾਰੇ ਇੰਤਜ਼ਾਮ ਕੀਤੇ ਵੱਡੇ ਵੱਡੇ ਹਸਪੀਟਲ ਨੇ ਹਰ ਇੱਕ ਚੀਜ਼ ਦੇ ਹਰ ਇੱਕ ਆਰਗਨ ਦਾ ਸਪੈਸ਼ਲ ਹਸਪੀਟਲ ਹੈ ਹਾਰਟ ਦਾ ਸਪੈਸ਼ਲ ਡਾਕਟਰ ਹੈ ਆਈਜ਼ ਦਾ ਸਪੈਸ਼ਲਿਸਟ ਡਾਕਟਰ ਹੈਗਾ ਈਅਰ ਕੰਨਾਂ ਦਾ ਵਾਕਾ ਹਰ ਇੱਕ ਸਪੈਸ਼ਲ ਡਾਕਟਰ। ਲੇਕਿਨ ਜਿਹੜੇ ਅੰਦਰਲੇ ਰੋਗ ਨੇ ਇਹਨਾਂ ਦਾ ਨਾ ਤੇ ਕੋਈ ਹਸਪੀਟਲ ਹੈ ਤੇ ਨਾ ਇਹਨਾਂ ਦੇ ਕੋਈ ਮਾਪਦੰਡ ਹੈ ਕੋਈ ਦੱਸ ਸਕਦਾ ਕਿ ਕਿਸੇ ਮਨੁੱਖ ਵਿੱਚ ਕਾਮ ਕਿੰਨਾ ਕ੍ਰੋਧ ਕਿੰਨਾ ਲੋਭ ਕਿੰਨਾ ਤੇ ਮੋਹ ਕਿੰਨਾ ਪਰ ਹੈ ਸਭ ਕੁਝ ਕਿਉਂਕਿ ਸਤਿਗੁਰੂ ਕਹਿੰਦੇ ਨੇ ਕਿ ਜੋ ਜੋ ਦਿਸੈ ਸੋ ਰੋਗੀ ਰੋਗ ਰਾਤ ਮੇਰਾ ਸਤਿਗੁਰੂ ਜੋਗੀ ਸਾਰੇ ਰੋਗੀ। ਪਰ ਇਹਨਾਂ ਰੋਗਾਂ ਦਾ ਸਾਰੀਆਂ ਦਾ ਇਲਾਜ ਕੀ ਆ ਸਰਬ ਰੋਗ ਕਾ ਔਖਦ ਨਾਮ ਹੀ। ਤੇ ਨਾਮ ਸਾਨੂੰ ਕਿੱਥੋਂ ਮਿਲਣਾ ਗੁਰੂ ਪਾਸੋਂ ਤੇ ਗੁਰੂ ਦੇ ਪਾਸ ਸਾਡੇ ਕੋਲ ਬਹਿਣ ਦਾ ਸਮਾਂ ਨਹੀਂ ਗੁਰੂ ਪੜ੍ਹਨ ਦਾ ਸਮਾਂ ਨਹੀਂ ਗੁਰੂ ਸੁਣਨ ਦਾ ਸਮਾਂ ਨਹੀਂ। ਗੁਰੂ ਤੇ ਸਿਰਫ ਅਸੀਂ ਗੁਰਮੁਖ ਪਿਆਰਿਓ ਸਿਰ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਆਪਣੇ ਕੰਮਾਂ ਵਾਸਤੇ ਅਸੀਂ ਗੁਰੂ ਜਿਹੜਾ ਗੁਰਦੁਆਰਾ ਜਿਹੜਾ ਉਸ ਨੂੰ ਵਰਤ ਰਹੇ ਹਾਂ। ਮੈਂ ਤਾਂ ਕਈ ਵਾਰ ਬੇਨਤੀ ਕੀਤੀ ਆ ਕੱਲ ਪਰਸੋਂ ਮੈਂ ਉੱਥੇ ਕਥਾ 'ਚ ਵੀ ਕਿਹਾ ਸੀ ਕਿ ਸਾਡੇ ਗੁਰਦੁਆਰੇ ਦਾ ਸਿਧਾਂਤ ਤੇ ਕੁਝ ਹੋਰ ਸੀ ਲੇਕਿਨ ਬਣਾ ਅਸੀਂ ਕੁਝ ਹੋਰ ਲਿਆ। ਅਸੀਂ ਲੰਗਰ ਵੀ ਕਰਾਉਣਾ ਚਾਹੁੰਦੇ ਆ ਅਸੀਂ ਅਖੰਡ ਪਾਠ ਵੀ ਕਰਾਉਣਾ ਚਾਹੁੰਦੇ ਮੁਬਾਰਕ ਹੈ ਕਰਨੇ ਚਾਹੀਦੇ ਆ ਹੋਣੇ ਚਾਹੀਦੇ ਆ। ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਬਾਣੀ ਦਾ ਪ੍ਰਵਾਹ ਚੱਲਣਾ ਚਾਹੀਦਾ ਪਰ ਕੋਈ ਤਰੀਕਾ ਤਾਂ ਹੋਵੇ ਨਾ ਬਾਣੀ ਦੇ ਪ੍ਰਵਾਹ ਦਾ। ਇਹ ਥੋੜਾ ਵੀ 25 30 ਖੰਡ ਪਾਠ ਰੱਖ ਲਓ ਤੇ ਗੁਰਮੁਖ ਪਿਆਰੇ ਆਰੰਭ ਕਰ ਦਿਓ ਤੇ ਸੁਣਨ ਵਾਲਾ ਕੋਈ ਨਾ ਪਾਠੀ ਕੱਤੇ ਕੱਲੇ ਪਾਠ ਕਰਨ ਤੇ ਆਪਾਂ ਭੋਗ ਪਾ ਕੇ ਤੇ ਗੁਰੂ ਦਾ ਸ਼ੁਕਰਾਨਾ ਕਰ ਦਈਏ। ਲੇਕਿਨ ਜਿਹੜਾ ਬੋਲ ਰਿਹਾ ਬਾਣੀ ਦਾ ਜਾਪ ਗੁਰੂ ਦੀ ਬਾਣੀ ਦਾ ਬੋਲ ਰਿਹਾ ਪਾਠੀ ਸਿੰਘ ਉਹ ਗੁਰੂ ਦੇ ਬੋਲ ਰਿਹਾ ਤੇ ਜੇ ਗੁਰੂ ਦੇ ਬੋਲ ਸੁਣਨ ਨੂੰ ਅੱਗੇ ਕੋਈ ਨਹੀਂ ਹੈਗਾ ਤੇ ਉਹਦੇ ਬੋਲਾਂ ਦਾ ਫਿਰ ਲਾਭ ਵੀ ਕੀ ਆ। ਸੋ ਇਸ ਕਰਕੇ ਗੁਰਮੁਖ ਪਿਆਰੇ ਸਭ ਤੋਂ ਪਹਿਲਾਂ ਤੇ ਸਾਨੂੰ ਆਪਣੇ ਸਮੇਂ ਦੇ ਵਿੱਚੋਂ ਇਹ ਸਮਾਂ ਕੱਢਣਾ ਪਏਗਾ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬਹਿ ਕੇ ਗੁਰੂ ਦੇ ਕੁਝ ਬਚਨ ਸੁਣੀਏ। ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਣਿਆ ਨਾ ਉਹਨਾਂ ਚਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗੁਰਮੁਖ ਪਿਆਰਿਓ ਬਹੁਤਾ ਪਤਾ ਨਹੀਂ ਲੱਗਣਾ। ਅੱਜ ਦੁਖਾਂਤ ਇਹੋ ਹੀ ਆ ਸਾਡਾ ਕਿ ਸਾਨੂੰ ਇਹੋ ਹੀ ਮਿਲਦਾ ਸੁਣਨ ਨੂੰ ਜੀ ਸਾਨੂੰ ਪਤਾ ਨਹੀਂ ਪਤਾ ਭਾਈ ਕਿਵੇਂ ਲੱਗੇ ਆਪਾਂ ਤੇ ਸਿਰ ਪੂਜਾ ਕੀਤੀ ਆਪਾਂ ਇਹਦੇ 'ਚ ਸੇਵਾ ਸਮਝ ਲਿਆ ਭਈ ਸਤਿਗੁਰ ਦੀ ਸੇਵਾ ਕੀ ਆ। ਅਸੀਂ ਇਹੋ ਸਮਝ ਰਮਾਲਾ ਚੜਾ ਦਿਓ ਗੁਰੂ ਦੀ ਸੇਵਾ ਮਾਂ ਚੜਾ ਦਿਓ ਗੁਰੂ ਦੀ ਸੇਵਾ ਜਾਂ ਗੁਰਮੁਖ ਰਸਦਾਂ ਵਸਦਾਂ ਗੁਰੂ ਦੇ ਚਰਨਾਂ ਵਿੱਚ ਜੁੜੋ ਇਹ ਸੇਵਾ। ਪਰ ਸੇਵਾ ਕੀ ਆ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਚਿਤ ਨਾ ਚਿਤ ਕੀ ਆ ਉਹ ਸੇਵਾ ਤੇ ਉਹ ਹੈ ਗੁਰਮੁਖ ਪਿਆਰਿਓ ਅਸੀਂ ਉਹਦੇ ਹੁਕਮ ਨੂੰ ਮੰਨਣਾ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ। ਉਹ ਜੋ ਕਹਿ ਰਿਹਾ ਜੋ ਗੁਰੂ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਾਲੀ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮਾਨੋ ਤੇ ਗੁਰੂ ਤੇ ਕੁਝ ਹੋਰ ਕਹਿ ਰਿਹਾ
ਤੇ ਘਰ ਅਸੀਂ ਹੋਸ ਗਏ। ਗੁਰੂ ਤੇ ਕਹਿੰਦਾ ਵੀ ਤੂੰ ਕਰਮ ਕਾਂਡਾਂ 'ਚ ਨਹੀਂ ਜਾਣਾ, ਠੀਕ, ਤੂੰ ਆ ਵਹਿਮਾਂ 'ਚ ਨਹੀਂ ਜਾਣਾ, ਤੂੰ ਇਹ ਭਰਮਾਂ 'ਚ ਨਹੀਂ ਜਾਣਾ। ਤੇ ਗੁਰਮੁਖ ਪਿਆਰੇ ਅਸੀਂ ਉਹਨਾਂ ਫੇਰ ਵਹਿਮਾਂ 'ਚ ਉਹਨਾਂ ਭਰਮਾਂ 'ਚ ਖੰਡ ਪਾਠ ਕਰਨ ਜੀ ਪੌਣੇ ਵਜੇ ਅਜੇ ਜੀ ਪੌਣੇ ਵਜੇ ਅਰਦਾਸ ਨਹੀਂ ਕਰਨੀ, ਅਜੇ ਜੀ ਅੱਜ ਸ਼ੁੱਕਰਵਾਰ, ਅਜੇ ਸ਼ਨੀਚਰਵਾਰ, ਅਜੇ ਵੀਰਵਾਰ ਆ। ਤੇ ਗੁਰੂ ਨੇ ਇਹਨਾਂ ਵਿੱਚੋਂ ਕੱਢਣ ਵਾਸਤੇ ਤੇ ਸਾਨੂੰ ਇਹ ਬਾਣੀ ਦਿੱਤੀ ਆ। ਤੇ ਇਹੋ ਕਾਰਨ ਹੈ ਕਿ ਅਸੀਂ ਬਾਣੀ ਪੜ੍ਹੀ ਨਹੀਂ, ਅਸੀਂ ਬਾਣੀ ਸੁਣੀ ਨਹੀਂ, ਅਸੀਂ ਸਿਰਫ ਬਾਣੀ ਦੀ ਪੂਜਾ ਕੀਤੀ ਆ। ਪੂਜਾ ਕਰਕੇ ਅਸੀਂ ਸਿਰਫ ਨਮਸਕਾਰ ਹੀ ਕੀਤਾ ਗੁਰੂ ਪਾਤਸ਼ਾਹ ਨੂੰ। ਵਡਭਾਗੇ ਪ੍ਰਾਣੀ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਉਹਨਾਂ ਬਾਣੀ ਪੜ੍ਹੀ ਹੈ ਤੇ ਉਹ ਕਰਮ ਕਾਂਡਾਂ ਤੋਂ ਉੱਪਰ ਨੇ। ਤੇ ਅਸੀਂ ਵੀ ਕਰਮ ਕਾਂਡਾਂ ਤੋਂ ਉੱਪਰ ਹੋ ਸਕਦੇ ਜੇ ਬਾਣੀ ਨੂੰ ਅਸੀਂ ਪੜਾਂਗੇ, ਵਿਚਾਰਾਂਗੇ, ਸਮਝਾਂਗੇ ਤੇ ਉਹਦੇ ਮੁਤਾਬਕ ਨਾ ਪ੍ਰੈਕਟੀਕਲ ਜੀਵਨ ਜਿਹੜਾ ਉਹਨੂੰ ਸ਼ੁਰੂ ਕਰਾਂਗੇ। ਐਬਸੋਲੂਟਲੀ। ਸੋ ਭਾਈ ਸਾਹਿਬ, ਇਹਦੇ ਬਾਰੇ ਜਿਹੜਾ ਕਰਮ ਕਾਂਡ ਦਾ ਜ਼ਿਕਰ ਤੁਸੀਂ ਕੀਤਾ, ਇਹਦਾ ਇੰਨਾ ਪ੍ਰਭਾਵ ਸਾਡੇ ਤੇ ਕਿਵੇਂ ਪੈ ਗਿਆ? ਕਿਉਂਕਿ ਅਲਟੀਮੇਟਲੀ ਗੁਰੂ ਸਾਹਿਬ ਨੇ ਇੱਕ ਨਵੀਂ ਸੋਚ ਜੋ ਸੀ ਉਹ ਚਲਾਈ ਸੀ। ਗੁਰੂ ਸਾਹਿਬ ਨੇ ਕਿਉਂ ਤੋਂ ਵਾਏ ਤੋਂ ਇਹ ਕਨਸੈਪਟ ਸਟਾਰਟ ਕੀਤਾ ਸਿੱਖੀ ਦਾ, ਜਦੋਂ ਜਨੇਊ ਨੂੰ ਕਿਹਾ ਸੀ ਕਿ ਇਹ ਜਨੇਊ ਮੇਰੀ ਭੈਣ ਕਿਉਂ ਨਹੀਂ ਪਾ ਸਕਦੀ ਤੇ ਮੈਨੂੰ ਕਿਉਂ ਪਾ ਰਹੇ ਹੋ? ਜੇ ਮੈਨੂੰ ਪਾਣਾ ਹੀ ਹੈ ਤੇ ਉਹ ਜਨੇਊ ਦਿਓ ਜਿਹਦੇ ਨਾਲ ਕਿ ਸਤ ਸੰਤੋਖ ਦਾ ਜ਼ਿਕਰ ਉਹਨਾਂ ਨੇ ਕੀਤਾ ਸੀ। ਇਹ ਕਰਮ ਕਾਂਡ ਕਿਉਂ ਸਾਡੇ ਤੇ ਭਾਰੂ ਹੋਈ ਜਾ ਰਹੇ ਨੇ, ਜਿਸ ਕਿ ਗੁਰੂ ਗ੍ਰੰਥ ਸਾਹਿਬ ਤਾਂ ਸਾਨੂੰ ਇੱਕ ਵੇ ਆਫ ਲਾਈਫ ਦੱਸਦਾ ਹੈ? ਇਸ ਦੇ ਬਾਰੇ ਕੁਝ ਗੱਲਬਾਤ ਕਰਦੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866790884 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ। ਆਮ ਤੌਰ ਦੇ ਉੱਤੇ ਇਹ ਜੋ ਗੱਲਾਂ ਭਾਈ ਸਾਹਿਬ ਕਰ ਰਹੇ ਨੇ ਸੁਣਨ ਨੂੰ ਨਹੀਂ ਮਿਲਦੀਆਂ, ਪਰ ਅਸੀਂ ਧੰਨਵਾਦੀ ਹਾਂ ਗਿਆਨੀ ਜਗਦੀਸ਼ ਸਿੰਘ ਜੀ ਦੇ ਕਿ ਇਹ ਬਿਲਕੁਲ ਜੋ ਮਨ 'ਚ ਗੱਲ ਹੁੰਦੀ ਹੈ ਉਸ ਨੂੰ ਹੀ ਸੰਗਤਾਂ ਤੱਕ ਲੈ ਕੇ ਆਉਂਦੇ ਨੇ। ਇਹ ਭਾਵੇਂ ਗੁਰਦੁਆਰਾ ਹੈ ਤੇ ਭਾਵੇਂ ਹੁਣੇ ਸਟੂਡੀਓ ਦੇ ਵਿੱਚ ਆ ਕੇ ਗੱਲਬਾਤ ਕਰ ਰਹੇ ਨੇ, ਕਿਉਂਕਿ ਜ਼ਰੂਰਤ ਹੈ ਕਿ ਅੱਜ ਸਾਨੂੰ ਸੱਚ ਕੌੜਾ ਲੱਗਦਾ ਲੇਕਿਨ ਇਹ ਹਕੀਕਤ ਹੈ। ਇਸ ਦੇ ਉੱਤੇ ਜੇਕਰ ਅਸੀਂ ਨਹੀਂ ਜਾਗਰਤ ਹੋਵਾਂਗੇ ਤਾਂ ਫਿਰ ਸਿਰਫ ਰਿਪੈਂਟ ਹੀ ਕਰਨਾ ਪਏਗਾ, ਅਫਸੋਸ ਹੀ ਰਹੇਗਾ ਕਿ ਕਿਉਂ ਨਹੀਂ ਅਸੀਂ ਉਸ ਸਮੇਂ ਇਹ ਗੱਲ ਸੁਣ ਲਈ ਜਿਹੜਾ ਸਾਨੂੰ ਕੋਈ ਕਿਹਾ ਕਰਦਾ ਸੀ। ਅੱਜ ਆਲੇ ਦੁਆਲੇ ਜੋ ਸਾਡੇ ਕੁਝ ਹੋ ਰਿਹਾ ਹੈ, ਕੋਈ ਪ੍ਰਚਾਰ ਦੀ ਘਾਟ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਦੇ ਗੁਰਦੁਆਰੇ ਵੀ ਭਰੇ ਪਏ ਨੇ, ਮੱਥੇ ਟੇਕਣ 'ਚ ਅਸੀਂ ਸਭ ਤੋਂ ਅੱਗੇ ਹਾਂ। ਪਰ ਆਮ ਤੌਰ 'ਤੇ ਜੋ ਸਾਨੂੰ ਸੁਣਨ ਨੂੰ ਮਿਲਦਾ ਹੈ ਉਹ ਇੱਕ ਇੱਥੋਂ ਦਾ ਲਫ਼ਜ਼ ਬੜਾ ਸੋਹਣਾ ਜਿਹਾ ਹੈ ਕਿ ਬੱਚੋ ਮੱਥਾ ਟੇਕ ਕਰੋ। ਮੱਥਾ ਟੇਕ ਤਾਂ ਕਰਤਾ, ਪਰ ਮੱਥਾ ਟੇਕ ਕੇ ਅਸੀਂ ਗ੍ਰਹਿਣ ਕੀ ਕਰਨਾ ਹੈ, ਉਸੇ ਸੰਬੰਧ ਵਿੱਚ ਆਓ ਕੁਝ ਹੋਰ ਗੱਲਬਾਤ ਕਰਦੇ ਹਾਂ। ਤੇ ਜਿਹੜਾ ਕਰਮ ਕਾਂਡਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਸੀ ਉਹ ਕਿਵੇਂ ਸਾਡੇ ਤੇ ਭਾਰੂ ਹੋ ਰਹੇ ਨੇ, ਕਿਵੇਂ ਅਸੀਂ ਇਸ ਤੋਂ ਬਾਹਰ ਨਿਕਲਣਾ ਹੈ, ਆਓ ਇਹਨਾਂ ਦੇ ਕੀ ਵਿਚਾਰ ਨੇ, ਗੁਰਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ, ਇਸ ਬਾਰੇ ਕੁਝ ਸਾਂਝ ਪਾਉਂਦੇ ਹਾਂ। ਜੀ ਭਾਈ ਸਾਹਿਬ, ਕੀ ਕਰਨ ਦੀ ਲੋੜ ਹੈ ਜੀ? ਇਹ ਤਾਂ ਦਿਨ ਬ ਦਿਨ ਵੱਧਦੇ ਜਾ ਰਹੇ ਨੇ। ਤੁਸੀਂ ਘਰਾਂ 'ਚ ਵੀ ਜਾਂਦੇ ਹੋ, ਗੁਰਦੁਆਰੇ 'ਚ ਵੀ ਦੇਖਦੇ ਹੋ, ਔਰ ਜੋ ਸੁਣਨ ਨੂੰ ਮਿਲਦਾ ਹੈ ਕਿ ਗੁਰਦੁਆਰਿਆਂ ਵਿੱਚ ਵੀ ਹੁਣ ਕਈ ਵਾਰੀ ਈਵਨ ਜਿਹੜੀ ਅਸੀਂ ਭੇਟਾਂ ਵੀ ਲਿਆਉਂਦੇ ਕਈ ਵਾਰੀ ਦਾਲਾਂ ਦੀ, ਉਹ ਕਹਿੰਦੇ ਨੇ ਉਹ ਰੰਗ ਦਿਨਾਂ ਦੇ ਹਿਸਾਬ ਨਾਲ ਹੁੰਦਾ ਹੈ। ਉਹਦੇ ਵਿੱਚ ਕੁਝ ਮੈਨੂੰ ਇਹ ਵੀ ਰਿਪੋਰਟ ਆਈਆਂ ਕਿ ਉਹ ਦਾਲਾਂ ਦੇ ਵਿੱਚ ਵੀ ਕੁਝ ਕੋਈ ਨਾ ਕੋਈ ਵਿੱਚ ਚੀਜ਼ ਪਾ ਕੇ ਆ ਜਾਂਦੀ ਹੈਗੀ ਹੈ। ਈਵਨ ਤੁਸੀਂ ਰੁਮਾਲਿਆਂ ਦੀ ਜਿਹੜੀ ਗੱਲ ਕੀਤੀ, ਮੈਂ ਤੁਹਾਨੂੰ ਆਪ ਸੁਣਿਆ ਬੜੀ ਵਾਰੀ ਬੇਨਤੀ ਕਰਦੇ ਕਿ ਰੁਮਾਲੇ ਸਾਨੂੰ ਨਹੀਂ ਚਾਹੀਦੇ, ਪਰ ਉਸ ਦੇ ਬਾਵਜੂਦ ਲੋਕ ਜਿਹੜੇ ਨੇ ਉਹ ਰੁਮਾਲਿਆਂ ਦਾ ਢੇਰ ਜਿਹੜਾ ਲਾਈ ਜਾਂਦੇ ਨੇ। ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੋ ਰਹੀਆਂ, ਕੀ ਹੋ ਕੀ ਰਿਹਾ, ਕਿਉਂ ਕਰਮਕਾਂਡ ਭਾਰੂ ਹੋ ਰਿਹਾ? ਵੇਖੋ ਭਾਈ ਸਾਹਿਬ ਜੀ, ਤੁਸੀਂ ਮੇਰੇ ਤੋਂ ਪਹਿਲਾਂ ਗੱਲ ਇੱਕ ਕਰ ਦਿੱਤੀ ਹੈ ਕਿ ਚਲੋ ਸਾਡਾ ਇੱਕ ਟ੍ਰੈਂਡ ਜਿਹਾ ਬਣ ਗਿਆ। ਅਸੀਂ ਪਰਿਵਾਰ ਦੇ ਵਿੱਚ ਕਦੀ ਵੀ ਆਪਣੇ ਬੱਚਿਆਂ ਨੂੰ ਇਹ ਗੱਲ ਨਹੀਂ, ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਣਾ ਨਾ ਤੇ ਕਦੇ ਵੀ ਅਸੀਂ ਗੁਰਦੁਆਰਾ ਸਾਹਿਬ ਜਾਣ ਵਾਸਤੇ ਬੱਚਿਆਂ ਨੂੰ ਇਹ ਨਹੀਂ ਕਿਹਾ ਵੀ ਚਲੋ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਨਾ ਅਸੀਂ ਕੀਰਤਨ ਸੁਣਨਾ, ਅਸੀਂ ਕਥਾ ਸੁਣਨੀ ਆ, ਅਸੀਂ ਕੋਈ ਇਤਿਹਾਸ ਸੁਣਨਾ ਜਾਂ ਗੁਰੂ ਦੀ ਬਾਣੀ ਸੁਣਨੀ। ਅਸੀਂ ਸਿਰਫ ਬੱਚਿਆਂ ਨੂੰ ਕਿ ਚਲੋ ਭਾਈ ਮੱਥਾ ਟੇਕ ਆਈਏ। ਠੀਕ, ਆਪਾਂ ਦਾ ਟ੍ਰੈਂਡ ਜਿਹਾ ਬਣ ਗਿਆ ਵੀ ਅਸੀਂ ਗੁਰਦੁਆਰੇ ਜਾਣਾ ਸਿਰਫ ਮੱਥਾ ਟੇਕਣ, ਤੇ ਖਿਮਾ ਕਰਨਾ ਇਹ ਮੱਥਾ ਟੇਕਣ ਤੱਕ ਹੀ ਅਸੀਂ ਸੀਮਤ ਰਹਿ ਗਏ ਹਾਂ। ਔਰ ਮੱਥਾ ਟੇਕਣਾ ਸਾਡੇ ਵਾਸਤੇ ਆ ਵੀ ਅਸੀਂ ਜੋ ਮੱਥਾ ਟੇਕ ਲਿਆ ਤੇ ਸਭ ਕੁਝ ਹੋ ਗਿਆ। ਪਰ ਮੱਥਾ ਟੇਕਣ ਦਾ ਮਕਸਦ ਵੀ ਸਾਨੂੰ ਸਮਝਣਾ ਚਾਹੀਦਾ ਵੀ ਮੱਥਾ ਟੇਕਣ ਦਾ ਮਤਲਬ ਕੀ ਆ ਜੀ। ਹੁਣ ਮੱਥਾ ਟੇਕਣ ਦਾ ਮਤਲਬ ਇਹ ਆ ਵੀ ਸਤਿਗੁਰੂ ਤੇਰੀ ਆਪਣੀ ਸਮਾਤ ਅਸੀਂ ਇੱਥੇ ਰੱਖੀ, ਮੱਤ ਤੇਰੀ ਲੈਣੀ ਆ। ਹੁਣ ਖਿਮਾ ਕਰਨਾ, ਅਸਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਨੇ ਆ, ਤੁਸੀਂ ਗੱਲ ਕੀਤੀ ਕਰਮ ਕਾਂਡਾਂ ਦੀ ਜੀ, ਤੇ ਕਰਮ ਕਾਂਡ ਦੇ ਅੱਜ ਕੱਲ੍ਹ ਗੁਰਮੁਖ ਪਿਆਰੇ ਜਿਹੜੇ ਆ ਉਹ ਅੱਗੇ ਨੂੰ ਜ਼ਿਆਦਾ ਨੇ। ਪਹਿਲਾਂ ਤੇ ਮੈਨੂੰ ਲੱਗਦਾ ਨਹੀਂ ਸੀ ਇੰਨੇ, ਕਿਉਂਕਿ ਅਸੀਂ ਵੀ ਗੁਰਦੁਆਰਿਆਂ 'ਚ ਬਚਪਨ ਤੋਂ ਜਾਂਦੇ ਆ। ਕੋਈ ਇਹੋ ਜਿਹੀ ਗੱਲਬਾਤ ਕਦੀ ਸੁਣੀ ਨਹੀਂ ਜਿਹੜੀ ਅੱਜ ਕੱਲ੍ਹ ਤਕਰੀਬਨ ਸਾਡੇ ਘਰਾਂ 'ਚ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀ ਆ। ਲੋਕਾਂ ਨੇ ਤੇ ਦਿਨ ਮਿਥ ਲਏ ਨੇ, ਦਿਨ ਮਿਥ ਲਏ ਨੇ ਤੇ ਮੰਗਲਵਾਰ ਦੀ ਸੰਗਤ ਕੁਝ ਹੋਰ ਹੁੰਦੀ ਆ, ਵੀਰਵਾਰ ਦੇ ਕੁਝ ਹੋਰ ਹੁੰਦੇ ਨੇ, ਸ਼ੁੱਕਰਵਾਰ ਦੇ ਕੁਝ ਹੋਰ, ਸ਼ਨੀਚਰਵਾਰ ਦੇ ਹੋਰ ਹੁੰਦੇ ਨੇ ਜੀ। ਔਰ ਖਿਮਾ ਕਰਨਾ, ਮੰਗਲਵਾਰ ਨੂੰ ਪ੍ਰਸ਼ਾਦ ਕੁਝ ਹੋਰ ਆਉਂਦਾ, ਵੀਰਵਾਰ ਨੂੰ ਕੁਝ ਹੋਰ ਆਉਂਦਾ, ਸ਼ਨੀਚਰਵਾਰ ਨੂੰ ਕੁਝ ਹੋਰ ਆਉਂਦਾ। ਔਰ ਸ਼ਨੀਚਰਵਾਰ ਗੁਰਦੁਆਰਾ ਸਾਹਿਬ ਵਿਖੇ ਖਿਮਾ ਕਰਨਾ ਲੋਕੀ ਤੇਲ ਚੜਾ ਕੇ ਜਾਂਦੇ ਆ। ਸ਼ਨੀ ਗ੍ਰਹਿ ਦੀਆਂ ਪੂਜਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇਲ, ਸਰੋਂ ਦਾ ਤੇਲ ਚੜਾ ਕੇ ਦੀਵੇ ਰੱਖ ਕੇ ਜਾਂਦੇ ਆ ਜੀ।
ਤੁਸੀਂ ਹੁਣ ਦੱਸੋ ਵੀ ਜਿਹੜਾ ਵਹਿਮਾਂ ਚੋਂ ਕੱਢ ਰਿਹਾ, ਰਾਈਟ, ਜਿਸ ਗੁਰੂ ਨੇ ਸਾਨੂੰ ਇਹ ਸੱਚ ਤੇ ਹੱਕ ਦੀ ਗੱਲ ਜਿਹੜੀ ਆ ਉਹ ਕੀਤੀ ਆ, ਉਸ ਗੁਰੂ ਨੂੰ ਅਸੀਂ ਕਿਸੇ ਦੇ ਕਹਿ ਆ ਕੇ ਤੇਲ ਚੜਾ ਕੇ ਗੁਰੂ ਨੂੰ ਕਿਵੇਂ ਖੁਸ਼ ਕਰਨਾ? ਜੇ ਤੁਸੀਂ ਚੜਾਉਣਾ ਹੀ ਆ, ਮੈਂ ਤਾਂ ਕਈ ਵਾਰ ਬੇਨਤੀ ਕਰਦਾ, ਅੱਜ ਤੋਂ ਥੋੜਾ ਸਮਾਂ ਪਹਿਲਾਂ ਮੈਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਿਹਾ ਸੀ ਤੇ ਇੱਕ ਹਰਿਆ ਕੱਪੜਾ ਆਇਆ ਜੀ, ਤੇ ਹਰੇ ਕੱਪੜੇ ਦੇ ਵਿੱਚ ਇੱਕ ਨਿੱਘਾ ਜਿਹਾ ਤਕਰੀਬਨ ਤੁਸੀਂ ਹਿਸਾਬ ਲਾ ਵੀ ਵਾਲ ਜਿੰਨਾ ਛੋਟਾ ਜਿਹਾ ਨਾ ਸੋਨੇ ਦਾ ਕਿੱਲ ਸੀ। ਅੱਛਾ, ਤੇ ਜਦੋਂ ਮੈਂ ਕਿੱਲ ਵੇਖਿਆ ਸੋਨੇ ਦਾ ਤੇ ਮੈਂ ਵੇਖ ਕੇ ਹੈਰਾਨ ਹੋਇਆ। ਤੇ ਉਸ ਤੋਂ ਬਾਅਦ ਕਥਾ 'ਚ ਮੈਂ ਕਿਹਾ ਵੀ ਭਾਈ ਗੱਲ ਸੁਣੋ, ਜਿਹੜੇ ਕਹਿਣ ਵਾਲੇ ਵੀ ਆ, ਜਿਹੜੇ ਬਾਹਰ ਬੈਠੇ, ਕਿਉਂਕਿ ਬਾਹਰ ਕਰਾ ਰਹੇ ਨੇ, ਰਾਈਟ, ਇਹ ਬੰਦਾ ਨਹੀਂ ਕਰ ਰਿਹਾ, ਆਪ ਨਹੀਂ ਕਰ ਰਿਹਾ, ਕੋਈ ਵੈਸੇ ਕਰਾ ਰਿਹਾ। ਸੰਗਤ ਨੂੰ ਜੋ ਕੁਝ ਵੀ ਕਰਾਇਆ ਨਾ, ਮੈਂ ਬੇਨਤੀ ਕਰਾਂ, ਜਿਵੇਂ ਪਹਿਲਾਂ ਬ੍ਰਾਹਮਣ ਕਰਾਉਂਦਾ ਸੀ ਨਾ, ਜੀ, ਹੁਣ ਸਾਡੇ ਆਪਣੇ ਬ੍ਰਾਹਮਣ ਨੇ, ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਾਹਿਬ ਦੀ ਸੇਵਾ ਵੀ ਕਰ ਰਹੇ ਜਿਹੜੇ ਨੇ ਨਾ, ਉਹ ਖਿਮਾ ਕਰਨਾ 90% ਤੋਂ ਉੱਪਰ ਹੈ ਜਿਹੜੇ ਸਿਰਫ ਕਰਮ ਕਾਂਡਾਂ 'ਚ ਪਾ ਰਹੇ ਨੇ। ਜਿਹੜੇ ਇਹ ਕਹਿੰਦੇ ਨੇ ਕੋਈ ਗੱਲ ਨਹੀਂ, ਤੁਸੀਂ ਇੱਥੇ ਰੱਖੋ ਘੜਾ ਪਾਣੀ ਦਾ, ਰਾਈਟ, ਤੇ ਇਹ ਅੰਮ੍ਰਿਤ ਬਣ ਜਾਣਾ, ਤੇ ਤੁਸੀਂ ਜਿੰਨੇ ਮਰਜ਼ੀ ਗਲਾਸ ਭਰ ਇਹਦੇ ਚੋਂ ਪੀ ਜਾਓ। ਜਿਹੜਾ ਅੰਮ੍ਰਿਤ ਅਸਲੀ ਹੈ, ਜਿਹੜਾ ਸਤਿਗੁਰੂ ਨੇ ਬਖਸ਼ਿਸ਼ ਕੀਤਾ, ਸਭ ਤੋਂ ਪਹਿਲਾਂ ਤੇ ਅੰਮ੍ਰਿਤ ਇਹ ਹੈ ਕਿ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ। ਬਿਲਕੁਲ, ਅੰਮ੍ਰਿਤ ਖੰਡੇ ਬਾਟੇ ਦੀ ਬਦਾਤ, ਜਿਹੜੀ ਖੰਡੇ ਬਾਟੇ ਦੀ ਪੌਲ ਹੈ, ਜਿਹੜੀ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਤੇ ਗੁਰੂ ਪਾਤਸ਼ਾਹ ਨੇ ਤੇ ਸਭ ਤੋਂ ਪਹਿਲਾਂ ਕੀਤਾ ਸਿੱਖ ਨੂੰ, ਭਾਈ ਪਹਿਲਾਂ ਤੂੰ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ। ਅੰਮ੍ਰਿਤ ਨਾਮ ਨੂੰ ਪਹਿਲਾਂ ਸਭ ਤੋਂ ਪਹਿਲਾਂ ਛਕਣਾ। ਜਦੋਂ ਤੇਰੇ ਅੰਦਰ ਅੰਮ੍ਰਿਤ ਨਾਮ ਰੂਪੀ ਹਿਰਦੇ 'ਚ ਵਸ ਜਾਏਗਾ, ਖੰਡੇ ਬਾਟੇ ਦੀ ਪੌਲ ਲਈ ਤੂੰ ਆਪਣੇ ਆਪ ਹੀ ਤਿਆਰ ਹੋ ਜਾਣਾ। ਕਿਉਂਕਿ ਜਿਹੜੇ ਨਾਮ ਨਾਲ ਜੁੜੇ ਨੇ, ਜਿਨ੍ਹਾਂ ਨੇ ਨਾਮ ਜਪਿਆ, ਉਹੋ ਹੀ ਖੰਡੇ ਬਾਟੇ ਦੀ ਅੰਮ੍ਰਿਤ ਦੀ ਪੌਲ। ਵੇਖੋ ਮਾਧੋ ਦਾਸ ਦਾ ਅਸੀਂ ਸੁਣਦੇ ਆ, ਬੰਦਾ ਸਿੰਘ ਬਰਾਗੀ ਕਿੱਥੋਂ ਤੱਕ ਗਿਆ, ਬੰਦਾ ਬਹਾਦਰ ਕੀ ਸੀ ਤੇ ਕੀ ਜੀਵਨ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆਏ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ, ਤੇ ਉਸਨੇ ਐਸਾ ਖਾਲਸੀ ਰਾਜ ਜਿਹੜਾ ਸੀ ਉਹਦਾ ਪੈਦਾ ਕਰ ਦਿੱਤਾ। ਕਾਰਨ ਕੀ ਸੀ? ਕਿ ਖੰਡੇ ਬਾਟੇ ਦੀ ਪੌਲ ਰਹੀ ਸੀ ਜੀ। ਇਸ ਕਰਕੇ ਉਹਦੇ ਕਰਮ ਕੁਝ ਹੋਰ ਸੀ। ਜਦੋਂ ਉਹਨੇ ਕਰਮ ਬਦਲੇ, ਮਾਲਕ ਦੀ ਕਿਰਪਾ ਨਾਲ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ। ਇਸੇ ਤਰ੍ਹਾਂ ਗੁਰਮੁਖ ਪਿਆਰੋ, ਜੇ ਤਾਂ ਅਸੀਂ ਆਪਣੀ ਮਨਮਰਜ਼ੀ ਕਰਨੀ ਹੈ, ਅਸੀਂ ਕਰ ਮਨਮਰਜ਼ੀ ਰਹੇ ਹਾਂ। ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੁੰਦਾ ਤਾਂ ਵੀ ਕਹਿੰਦੇ ਸਾਡੀ ਮਨਮਰਜ਼ੀ ਨਾਲ ਹੋਣਾ ਚਾਹੀਦਾ। ਜੇ ਅਖੰਡ ਪਾਠ ਸਾਹਿਬ ਦੀ ਸੇਵਾ, ਤੇ ਉਹ ਵੀ ਕਹਿੰਦੇ ਸਾਡੀ ਮਨਮਰਜ਼ੀ ਨਾਲ ਹੋਣੀ ਚਾਹੀਦੀ ਆ। ਹੁਣ ਸਾਡਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਿਧਾਂਤ ਹੈ ਕਿ ਅਸੀਂ ਮੱਧ ਦੀ ਅਰਦਾਸ ਨਹੀਂ ਕਰਦੇ, ਕਿਉਂਕਿ ਮੱਧ ਗੁਰੂ ਪਾਤਸ਼ਾਹ ਦੇ, ਕੋਈ ਮੱਧ ਤੇ ਹੈ ਹੀ ਨਹੀਂ ਪਰਮੇਸ਼ਰ ਦਾ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਤੇ ਇਹ ਅਸੀਂ ਇਸ ਨੂੰ ਆਦ ਸੱਚ, ਜਗਾ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਸੀਂ ਇੱਕ ਇਹ ਬਣਾਇਆ ਸੀ, ਟ੍ਰੈਂਡ ਬਣ ਚੁੱਕਾ ਸੀ ਪਹਿਲਾਂ, ਕਿਉਂਕਿ ਜਦੋਂ ਜ਼ਮਾਨੇ ਦੀ ਇਹ ਗੱਲ ਕੀਤੀ, ਉਸ ਵਕਤ ਗੁਰਮੁਖ ਪਿਆਰੇ ਹੋਏ ਹੁੰਦਾ ਸੀ ਵੀ ਦੇਗ ਦੀ ਅਰਦਾਸ ਸਵੇਰੇ ਕਰਨੀ ਆ, ਕਿਉਂਕਿ ਜਦੋਂ ਅਖੰਡ ਪਾਠ ਆਰੰਭ ਕਰੀਦਾ, ਉਸ ਤੋਂ ਬਾਅਦ ਦੇਗ ਉਸ ਤੱਕ ਸੰਪੂਰਨ ਨਵੀਂ ਦੇਗ ਬਣਾਉਣੀ ਆ। ਤੇ ਇੱਕ ਨਿਯਤ ਕਰ ਲਿਆ ਸਮਾਂ ਕਿ ਇਸ ਵੇਲੇ ਜਿਹੜੀ ਹੈ ਨਾ, ਇਹ ਸ਼ਬਦ ਆਉਂਦਾ ਤੇ ਇਹਦੇ ਮੁਤਾਬਕ ਅਸੀਂ ਅਰਦਾਸ ਕਰਕੇ ਦੇਗ ਦੀ ਅਰਦਾਸ ਕਰ ਦਈਏ ਜੀ। ਇਹ ਵੈਸੇ ਅਸੀਂ ਬਣਾਤਾ ਮੱਧ ਦੀ ਅਰਦਾਸ। ਹੁਣ ਬਹੁਤ ਸਾਰੇ ਪ੍ਰੋਗਰਾਮਾਂ ਤੇ ਅੱਜ ਤੱਕ ਇਹ ਵਹਿਮ ਤੇ ਭਰਮ ਇੰਨਾ ਚੱਲਿਆ, ਕਿਉਂਕਿ ਗੁਰਮੁਖ ਪਿਆਰਿਓ ਗੱਲ ਤੇ ਆ ਵੀ ਜੇ ਤਾਂ ਗੁਰਦੁਆਰਿਆਂ ਦਾ ਸਿਧਾਂਤ ਇੱਕ ਹੋਵੇ, ਜੇ ਪ੍ਰਬੰਧਕ ਤੇ ਪ੍ਰਚਾਰਕ ਸ਼੍ਰੇਣੀ ਦਾ ਸਿਧਾਂਤ ਇੱਕ ਹੋਵੇ, ਕਿਉਂਕਿ ਪ੍ਰਬੰਧਕ ਆਪਸ ਵਿੱਚ ਵੀ ਮਿਲ ਕੇ ਰਾਜੀ ਨਹੀਂ ਤੇ ਪ੍ਰਚਾਰਕ ਵੀ ਆਪਸ ਵਿੱਚ ਮਿਲ ਕੇ ਰਾਜੀ। ਪ੍ਰਚਾਰਕ ਵੀ ਜਿਹੜਾ ਨਾ, ਖੇਮਾ ਕਰਨਾ, ਬੇਸ਼ੱਕ ਇਸ ਵਕਤ ਉਹ ਸੁਣ ਰਹੇ ਆ ਤੇ ਸੁਣਦਿਆਂ ਸ਼ਾਇਦ ਕਿਸੇ ਦੇ ਮਨ ਨੂੰ ਇਹ ਠੇਸ ਲੱਗੇ, ਕਿਉਂਕਿ ਜਿਹੜਾ ਪ੍ਰਚਾਰਕ ਹੈ ਉਹ ਆਪਣੀ ਸਟੈਂਡ ਤੇ ਖੜਾ ਨਹੀਂ। ਠੀਕ ਹੈ, ਕਿਉਂਕਿ ਜੇ ਉਹ ਵੇਖਦਾ ਸਟੇਜ, ਸਟੇਜ ਕਿਹੋ ਜੀ ਆ, ਜਿਹੋ ਜੀ ਸਟੇਜ ਆ ਨਾ, ਉਹੋ ਜਿਹਾ ਹੀ ਪ੍ਰਚਾਰ ਕਰ ਰਿਹਾ। ਲੇਕਿਨ ਜੇ ਆਪਣੇ ਸਿਧਾਂਤ ਤੇ ਖੜਾ ਹੋਵੇ, ਜੋ ਕਹਿਣਾ ਵਾ ਗੁਰੂ ਦੀ ਮੱਤ ਦੇ ਮੁਤਾਬਕ ਕਵੇ, ਅਗਰ ਕਿਸੇ ਨੂੰ ਚੰਗਾ ਲੱਗਦਾ ਨਹੀਂ ਲੱਗਦਾ ਤਾਂ ਉਹਨਾਂ ਦੀ ਮਰਜ਼ੀ। ਲੇਕਿਨ ਗੁਰੂ ਪਾਤਸ਼ਾਹ ਨੇ ਵੇਖੋ ਸੱਚ ਬੋਲਿਆ ਸੀ। ਗੁਰੂ ਨਾਨਕ ਪਾਤਸ਼ਾਹ ਨੇ, ਉਹ ਗੁਰੂ ਨਾਨਕ ਸੀ ਜਿਹੜਾ ਬਾਬਰ ਨੂੰ ਜਾਵਰ ਕਹਿ ਗਿਆ ਸੀ। ਅੱਜ ਅਸੀਂ ਗੁਰਮੁਖ ਪਿਆਰੇ ਪ੍ਰਬੰਧਕਾਂ ਦੇ ਸਾਹਮਣੇ ਕੋਈ ਪ੍ਰਚਾਰਕ ਜਿਹੜਾ ਉਹ ਪ੍ਰਬੰਧਕ ਦੇ ਮੁਤਾਬਕ ਪ੍ਰਚਾਰ ਕਰ ਰਿਹਾ। ਹੁਣ ਦੇਖੋ ਗੁਰਦੁਆਰੇ ਗੁਰੂ ਦੀ ਬਖਸ਼ਿਸ਼ ਨਾਲ ਬੜੇ ਆ ਜੀ, ਜੇ ਸੇਵਾ ਕਰਨੀ ਆ ਜਾਂ ਗੁਰਦੁਆਰੇ ਆਉਣਾ ਤੇ ਅਸੀਂ ਉਸ ਸਿਧਾਂਤ ਦੇ ਮੁਤਾਬਕ, ਅਸੀਂ ਤੇ ਆਪੋ ਆਪਣੇ ਗੁਰਦੁਆਰੇ ਬਣਾ ਕੇ ਕਹਿੰਦੇ ਵੀ ਲੈ ਵੀ ਹੁਣ ਤੇ ਵੀ ਕੁਰਸੀਆਂ ਵਾਲੇ ਗੁਰਦੁਆਰੇ ਨਹੀਂ ਸੀ ਹੈਗੇ, ਸਾਨੂੰ ਹੋਰ ਕੁਰਸੀਆਂ ਵਾਲੇ ਗੁਰਦੁਆਰੇ ਦੀ ਲੋੜ ਪੈ ਗਈ। ਠੀਕ ਹੈ, ਜੀ ਆਇਆਂ ਨੂੰ, ਜੀ ਸਦਕੇ ਬਣਾਓ। ਗੁਰਦੁਆਰੇ ਕੋਈ ਮਾੜੇ ਨਹੀਂ ਆ, ਕਿ ਗੁਰਦੁਆਰਾ ਜੇ ਕੋਈ ਬਣਿਆ ਤੇ ਉਹਦੀ ਨਿੰਦਿਆ ਵੀ ਕੋਈ ਨਹੀਂ ਹੈਗੀ। ਲੇਕਿਨ ਇਹ ਥੋੜਾ ਹੋਵੇ ਵੀ ਦੇਖੋ ਜੀ ਸਾਡਾ ਉੱਥੇ ਕੋਈ ਨਹੀਂ ਸੀ, ਅਸੀਂ ਹੋਰ ਨਾ ਗੁਰਦੁਆਰੇ, ਅਸੀਂ ਆਪਣਾ ਨਵਾਂ ਵੱਖਰਾ ਗੁਰਦੁਆਰਾ ਬਣਾ ਕੇ ਨਵੀਂ ਹੀ ਮਰਿਆਦਾ ਤੋੜ ਦੇਣੀ ਆ। ਹੁਣ ਫਿਰ ਗੁਰੂ ਸਾਡਾ ਇੱਕ ਕਿਸ ਤਰ੍ਹਾਂ ਹੋ ਗਿਆ? ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋ, ਸਿਧਾਂਤ ਹੋ, ਮਰਿਆਦਾ ਹੋ, ਆਪਾਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਣ ਕਰਕੇ ਫਿਰ ਅਸੀਂ ਆਪਣੀਆਂ ਮਰਿਆਦਾ ਬਣਾ ਕੇ ਫਿਰ ਅਸੀਂ ਗੁਰਦੁਆਰਿਆਂ ਦੇ ਵਿੱਚ ਆਪਣੇ ਮੁਤਾਬਕ ਜੇ ਕੰਮ ਕਰਾਂਗੇ ਤੇ ਫਿਰ ਸੰਗਤਾਂ ਵਿੱਚ ਭੰਬਲ ਭੂਸਾ ਤੇ ਪਏਗਾ। ਅੱਜ ਕਾਰਨ ਇਹੋ ਹੀ ਆ ਕਿ ਸੰਗਤ ਇੱਥੇ ਆਉਂਦੀ ਆ ਤੇ ਕੁਝ ਹੋਰ ਹੈ, ਦੂਜੇ ਥਾਂ ਜਾਂਦੀ ਆ ਕੁਝ ਹੋਰ ਹੈ, ਤੀਜੇ ਥਾਂ ਜਾਂਦੀ ਆ ਤੇ ਕੁਝ ਹੋਰ ਹੈ। ਪ੍ਰਚਾਰਕ ਸ਼੍ਰੇਣੀ ਦੇ ਵਿੱਚ ਇਹੋ ਹੀ ਆ ਕਿ ਇੱਕ ਪ੍ਰਚਾਰ ਕੋਈ ਪ੍ਰਸੰਗ ਸੁਣਾਉਂਦਾ, ਉਹ ਹੋਰ ਤਰੀਕੇ ਨਾਲ ਸੁਣਾ ਰਿਹਾ, ਦੂਸਰੀ ਜਗ੍ਹਾ ਤੇ ਉਹ ਪ੍ਰਸੰਗ ਕੋਈ ਦੂਜਾ ਹੋਰ ਤਰੀਕੇ ਨਾਲ ਸੁਣਾ ਰਿਹਾ, ਤੀਜਾ ਜਿਹੜਾ ਉਹ ਹੋਰ ਤਰੀਕੇ ਨਾਲ ਸੁਣਾ ਰਿਹਾ। ਇਹ ਕਾਰਨ ਇਹੋ ਹੀ ਆ ਕਿ ਸਾਡਾ ਜਿਹੜਾ ਨਾ ਗੁਰਮੁਖ ਪਿਆਰਿਓ ਅਸਲੀ ਸਿਧਾਂਤ ਜਿਹੜਾ, ਇਸ ਤੋਂ ਪਕੜ ਤੋਂ ਅਸੀਂ ਇੱਕ ਪਾਸੇ ਹੋ ਗਏ ਆ। ਬਹੁਤਿਆਂ ਵਿੱਚ ਸਿਧਾਂਤ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਜੋੜ ਲਿਆ।
ਹਰ ਚੀਜ਼ ਅਸੀਂ ਮਰਜ਼ੀ ਨਾਲ ਉਹਨੂੰ ਦੇ ਦਿੱਤਾ, ਇੱਕ ਜਿਵੇਂ ਕਿ ਕਿਸੇ ਨੂੰ ਸ਼ਿੰਗਾਰਨਾ, ਉਹਨੂੰ ਸ਼ਿੰਗਾਰਨ ਵਾਸਤੇ ਅਸੀਂ ਨਹੀਂ ਵੇਖਿਆ ਕਿ ਮਰਿਆਦਾ ਭੰਗ ਹੁੰਦੀ ਆ ਜਾਂ ਇਹਦੇ ਵਿੱਚ ਗੁਰੂ ਦੇ ਸਿਧਾਂਤ ਨੂੰ ਠੇਸ ਲੱਗਦੀ ਆ, ਲੇਕਿਨ ਅਸੀਂ ਉਸ ਨੂੰ ਸ਼ਿੰਗਾਰ ਕੇ ਤੇ ਲੋਕਾਂ ਵਿੱਚ ਪੇਸ਼ ਕਰ ਦਿੱਤਾ। ਤੇ ਹੁਣ ਜਿਹੜਾ ਮਨੁੱਖ ਸੁਣਦਾ ਉਹਨੇ ਉਹਦੇ ਮੁਤਾਬਕ ਹੀ ਆਪਣਾ ਕਰਮ ਜਿਹੜਾ ਕਰਨਾ। ਹੁਣ ਕਰਮਕਾਂਡ ਜਿਹੜੇ ਕਿਤੇੋਂ ਨਹੀਂ ਆਏ, ਇਹ ਨਾ ਕਿਸੇ ਨੇ ਪਾਏ, ਸੰਗਤਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਬੰਦੇ ਦਾ ਵੀ ਕੋਈ ਕਸੂਰ ਨਹੀਂ, ਇਹ ਕਸੂਰ ਹੈ ਸਿਰਫ ਪ੍ਰਚਾਰਕ ਸ਼੍ਰੇਣੀ ਦਾ, ਜਿਸ ਪ੍ਰਚਾਰ ਸ਼੍ਰੇਣੀ ਨੇ ਕਰਮ ਕਾਂਡਾਂ ਵਿੱਚ ਇਹਨਾਂ ਨੂੰ ਪਾਇਆ। ਅੱਜ ਮੈਂ ਪਾਉਣਾ ਚਾਹਾਂ ਤੇ ਮੈਂ ਕਿਹਨੂੰ ਨਹੀਂ ਪਾ ਸਕਦਾ? ਕਹਿ ਸਕਦੇ ਆ ਨਾ ਵੀ ਭਾਈ ਤੂੰ ਇੰਜ ਨਹੀਂ ਇੰਜ ਕਰ, ਪਰ ਨਹੀਂ, ਜੋ ਸ਼ਬਦ ਕਹਿ ਰਿਹਾ, ਜੋ ਗੁਰੂ ਕਹਿ ਰਿਹਾ, ਉਹਦੇ ਮੁਤਾਬਕ ਗੁਰਮੁਖ ਪਿਆਰਿਓ, ਕਰਮ ਧਰਮ ਪਖੰਡ ਜੋ ਦਿਸੇ ਤੈਨ ਜਮ ਜਗਾਤੀ ਲੁੱਟ ਹੈ। ਬਿਲਕੁਲ ਇਹ ਕਰਮ ਧਰਮ ਸਾਰਾ ਪਖੰਡ ਹੈ। ਅਸੀਂ ਇਸ ਪਖੰਡ ਵਿੱਚ ਪੈਣਾ ਕਿਉਂ? ਸਾਨੂੰ ਹੁਕਮ ਹੈ ਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨੂੰ ਸਤਾਰੇ। ਅਸੀਂ ਬਾਣੀ ਨੂੰ ਮੰਨਣਾ। ਤੇ ਬਾਣੀ ਸਾਨੂੰ ਕੀ ਕਹਿ ਰਹੀ ਹੈ? ਬਾਣੀ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀਆਂ ਨੇ ਕਿ ਬਾਣੀ ਵਿੱਚ ਸਾਨੂੰ ਕਹਿ ਰਹੀ ਹੈ, ਵੇਖੋ ਨਾ, ਜੇ ਬਾਣੀ ਪੜ੍ਹਦਾ ਕੋਈ, ਜੇ ਸੁਣਦਾ, ਤੇ ਜੇ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਾ ਆਈ, ਤੇ ਗੁਰੂ ਪਾਤਸ਼ਾਹ ਨਾਲ ਨਾਲ ਇਹ ਵੀ ਕਹਿੰਦੇ ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਸੋਈ। ਸਤਿਗੁਰੂ ਦੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰ-ਬਾਰ। ਸਿਰ ਅੱਗੇ ਵੇਖੋ ਕਿੰਨੀ ਸੋਹਣੀ ਉਦਾਹਰਨ ਦਿੱਤੀ ਆ, ਕਹਿੰਦੇ ਜਿਵੇਂ ਅੰਧੇਰਾ ਹੋ ਜਾਵੇ, ਆਪਣੇ ਘਰ ਵਿੱਚ ਹੀ ਲਾਈਟ ਆਫ ਹੋ ਜਾਏ ਨਾ, ਤੇ ਆਪਣੀਆਂ ਰੱਖੀਆਂ ਹੋਈਆਂ ਚੀਜ਼ਾਂ ਜਿਹੜੀਆਂ ਸਾਨੂੰ ਦੇਖਦੀਆਂ ਨੇ, ਅਸੀਂ ਵੀ ਕਹਿੰਦੇ ਭਾਈ ਤੁਰਿਓ ਨਾ, ਬੈਠੇ ਰਹੋ ਜਿੱਥੇ ਹੈਗੇ ਜੇ, ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਠੇਡਾ ਲੱਗ ਜੇ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਜਿਹੜਾ ਅੰਦਰ ਅਗਿਆਨਤਾ ਦਾ ਅੰਧੇਰਾ ਨਾ, ਉਹ ਬਾਹਰ ਸਾਨੂੰ ਕਰਮਕਾਂਡ ਕਰਨ ਲਈ ਪ੍ਰੇਰ ਰਿਹਾ ਵਾ। ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਏਗਾ, ਕਰਮਕਾਂਡ ਆਪਣੇ ਆਪ ਹੀ ਦੂਰ ਹੋਣਗੇ। ਹੁਣ ਭਗਤ ਜੀ ਦਾ ਇਹ ਸ਼ਬਦ ਹੈ, ਉਹਨਾਂ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਆ, ਅੰਧਿਆਰੇ ਦੀਪਕ ਚੀਏ ਇੱਕ ਬਸਤ ਗੋਚਰ ਲਈਏ। ਕਹਿੰਦੇ ਅੰਧੇਰੇ ਵਾਸਤੇ ਦੀਪਕ ਦੀ ਲੋੜ ਹੈ, ਕਿ ਜਿਹੜੀ ਚੀਜ਼ ਪਈ ਉਹ ਲੱਭ ਜਾਂਦੀ ਹੈ। ਤੇ ਸਤਿਗੁਰੂ ਅੰਧਿਆਰੇ ਦੀਪਕ ਜੇ ਬਸਤ ਗੋਚਰ ਪਾਈ ਤੇ ਘਟ ਦੀਪਕ ਰਿਆ ਸਮਾਈ। ਦੇਖੋ ਇਹ ਕਿੱਡੀ ਬਖਸ਼ਿਸ਼ ਹੈ। ਕਹਿੰਦੇ ਜਦੋਂ ਉਹ ਚੀਜ਼ ਮਿਲ ਜਾਂਦੀ ਹੈ ਤੇ ਗਿਆਨ ਦਾ ਪ੍ਰਕਾਸ਼ ਅੰਦਰ ਤੇ ਸ਼ਬਦ ਅੰਦਰ ਹਿਰਦੇ ਵਿੱਚ ਵਸਦਾ। ਫਿਰ ਕਹਿੰਦੇ ਕਹੋ ਕਬੀਰ ਅਬ ਜਾਣਿਆ, ਅਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੇ, ਨਾ ਪਤੀਜੇ ਤੋ ਕਿਆ ਕੀਜੇ। ਸੋ ਕਹਿੰਦੇ ਵੇਖੋ ਮੈਨੂੰ ਹੁਣ ਸਮਝ ਪਈ ਤੇ ਮੈਂ ਜਾਣ ਗਿਆ, ਮੈਨੂੰ ਅੰਦਰੋਂ ਗਿਆਨ ਦਾ ਕਹਿੰਦੇ ਬਾਕੀ ਸਾਰਾ ਲੋਕ ਨਹੀਂ ਕੋਈ ਖੁਸ਼ ਹੁੰਦੇ ਤੇ ਨਾ ਸੀ। ਇਹ ਭਗਤ ਕਬੀਰ ਦਾ ਸ਼ਬਦ ਤੇ ਅਸੀਂ ਸੁਣਿਆ, ਪਰ ਅਸੀਂ ਇੱਥੇ ਇਸ ਸਿਧਾਂਤ ਨੂੰ ਦੂਜੇ ਪਾਸੇ ਅਸੀਂ ਲੋਕਾਂ ਨੂੰ ਖੁਸ਼ ਕਰ ਰਹੇ ਹਾਂ। ਰਾਈਟ, ਦੁਨੀਆ ਕਾਰਨ ਦੀਨ ਗਵਾਇਆ, ਅਸੀਂ ਦੁਨੀਆ ਨੂੰ ਖੁਸ਼ ਕਰ ਰਹੇ ਹਾਂ, ਲੇਕਿਨ ਪਰਮਾਤਮਾ ਨੂੰ ਖੁਸ਼ ਕਰਨ ਦਾ ਕੀ ਆ? ਲੰਗਰ ਦਾ ਸਿਧਾਂਤ ਕੀ ਆ? ਖੰਡ ਪਾਠ ਦਾ ਸਿਧਾਂਤ ਕੀ ਆ? ਗੁਰਮੁਖ ਪਿਆਰਿਓ ਬਾਕੀ ਸਿਧਾਂਤ ਕੀ ਨੇ? ਉਹਨਾਂ ਸਿਧਾਂਤਾਂ ਤੋਂ ਅਸੀਂ ਕਰਮ ਕਾਂਡਾਂ ਨਾਲ ਵੀ ਅਸੀਂ ਆਹ ਵੀ ਕਰ ਲਈਏ, ਅਸੀਂ ਆਹ ਵੀ ਕਰ ਲਈਏ, ਅਸੀਂ ਆਹ ਵੀ ਕਰ ਲਈਏ। ਬਾਣੀ ਸੁਣਨੀ ਨਹੀਂ, ਬਹਿਣਾ ਨਹੀਂ, ਸੇਵਾ ਕਰਨੀ ਨਹੀਂ, ਗੁਰੂ ਚਰਨਾਂ ਵਿੱਚ ਜੁੜਨਾ ਨਹੀਂ, ਤੇ ਅਸੀਂ ਖਾਣ ਪੀਣ ਨੂੰ ਅੱਗੇ ਰੱਖਿਆ। ਉਹ ਖਾਣ ਪੀਣ ਦੇ ਮੁਤਾਬਕ ਅਸੀਂ ਆਪਣਾ ਜੀਵਨ ਜਿਹੜਾ ਬਤੀਤ ਕਰੀ ਜਾਂਦੇ ਹਾਂ। ਐਬਸੋਲੂਟਲੀ ਜੀ, ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਜਿਹੜੀ ਅਸੀਂ ਅੱਜ ਦੇਖ ਰਹੇ ਹਾਂ, ਤਾਂ ਉਸ ਦੇ ਨਾਲ ਜਿਹੜਾ ਵਹਿਮ ਭਰਮ ਦੀ ਜਿਹੜੀ ਗੱਲ ਕੀਤੀ, ਕਿ ਅੱਜ ਮੈਂ ਵੀ ਦੇਖ ਰਿਹਾ ਗਿਆਨੀ ਜੀ ਤੁਹਾਡੇ ਹੱਥਾਂ 'ਚ ਬਿਲਕੁਲ ਸਾਫ਼ ਹੱਥ ਹੈਗੇ ਨੇ, ਤੁਸੀਂ ਕੁਝ ਪਾਇਆ ਨਹੀਂ, ਤੇ ਬਹੁਤ ਸਾਰੇ ਜਿਹੜੇ ਪ੍ਰਚਾਰਕ ਆਉਂਦੇ ਨੇ ਬੜੀਆਂ ਚੀਜ਼ਾਂ ਉਹਨਾਂ ਨੇ ਪਾਈ ਹੁੰਦੀਆਂ। ਇਹਦੇ ਬਾਰੇ ਮੈਂ ਅਗਲੇ ਹਫ਼ਤੇ ਜ਼ਰੂਰ ਗੱਲਬਾਤ ਕਰਨਾ ਚਾਹਾਂਗਾ ਕਿ ਗੁਰੂ ਨੇ ਤਾਂ ਸਾਨੂੰ ਜਿਹੜਾ ਬੜਾ ਸਿੰਪਲ ਇੱਕ ਰਸਤਾ ਦੱਸਿਆ ਸੀ ਉਸ ਅਕਾਲ ਪੁਰਖ ਨਾਲ ਜੁੜਨ ਦਾ। ਅੱਜ ਕੀ ਹੋਇਆ? ਮੁਬਾਰਕਬਾਦ ਉਹਨਾਂ ਧਰਮਾਂ ਦੇ ਵਿੱਚ ਜਿੱਥੇ ਕਿ ਇਹ ਪੰਡਤਾਂ ਦੇ ਵਿੱਚ ਜਾਂ ਇਹ ਗ੍ਰਹਿਆਂ 'ਚ ਵਿਸ਼ਵਾਸ ਰੱਖਦੇ ਨੇ, ਮੁਬਾਰਕ ਉਹਨਾਂ ਨੂੰ। ਲੇਕਿਨ ਅੱਜ ਸਿੱਖ ਵੀ ਜਿਹੜਾ ਹੈ ਗੁਰਦੁਆਰੇ ਵੀ ਆ ਰਿਹਾ, ਮੱਥਾ ਵੀ ਟੇਕ ਰਿਹਾ, ਹੱਥ 'ਚ ਉਹਨੇ ਵੱਖਰੀਆਂ ਵੱਖਰੀਆਂ ਮੁੰਦਰੀਆਂ ਵੀ ਪਾਈਆਂ ਨੇ, ਤੇ ਮੈਂ ਦੇਖਦਾ ਕਈ ਵਾਰੀ ਚੇਂਜ ਵੀ ਹੋ ਜਾਂਦੇ ਨੇ ਕਲਰ। ਤੇ ਮੈਨੂੰ ਯਾਦ ਆਉਂਦੀ ਯਾਨੀ ਮਸਕੀਨ ਸਿੰਘ ਜੀ ਦੀ ਗੱਲ, ਮਸਕੀਨ ਜੀ ਦੀ ਜਿਹੜੇ ਤੁਸੀਂ ਗੱਲ ਕੀਤੀ, ਸੰਤ ਸਿੰਘ ਜੀ ਮਸਕੀਨ ਜੀ ਦੀ, ਕਿ ਉਹਨਾਂ ਨੇ ਕਿਹਾ ਸੀ ਇੱਕ ਵਾਰੀ, ਮੈਨੂੰ ਯਾਦ ਹੈ ਕਿ ਇੰਗਲੈਂਡ ਗਏ ਸੀ, ਤੇ ਇੰਗਲੈਂਡ ਜਾ ਕੇ ਉਹ ਬੜੇ ਹੈਰਾਨ ਹੋਏ ਕਿ ਉਹਨਾਂ ਦਾ ਦੋਸਤ ਸੀ, ਮਿੱਤਰ ਸੀ, ਜਿਹੜਾ ਕਿ ਹੱਥ ਵੇਖਦਾ ਸੀ, ਇਹ ਜੋਤਸ਼ੀ ਸੀ, ਤੇ ਉਹਦੇ ਕੋਲ ਜ਼ਿਆਦਾਤਰ ਜਿਹੜੇ ਸਿੱਖ ਆ ਰਹੇ ਸੀ, ਤੇ ਉਹਨਾਂ ਵਿੱਚ ਵੀ ਅੰਮ੍ਰਿਤਧਾਰੀ ਵੀ ਸਿੱਖ ਹੈਗੇ ਸੀ। ਤੇ ਉਹ ਉਹਨਾਂ ਦੀ ਰਿਕਾਰਡਡ ਚੀਜ਼ ਮੈਨੂੰ ਲੱਗੀ, ਤੇ ਉਹ ਇਹ ਕਹਿ ਰਹੇ ਸੀ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ। ਇਹੀ ਗੱਲ ਅੱਜ ਇੱਥੇ ਵੀ ਦੇਖ ਰਹੇ ਹਾਂ। 12 ਕੁ ਸਾਲ ਹੋ ਗਏ ਇੱਥੇ ਰਹਿੰਦੇ ਹੋਏ, ਤੇ ਜਦੋਂ ਮੈਂ ਆਇਆ ਸੀ 1 ਜਾਂ 2 ਪੰਡਿਤ ਹੁੰਦੇ ਸੀ, ਪਰ ਹੁਣ ਤਾਂ ਇੱਥੇ ਵਿਚਾਰ ਆ ਗਈ ਹੈ। ਹੁਣ ਤਾਂ ਮੇਰੇ ਖਿਆਲ 15-20 ਹੋ ਗਏ, ਤੇ ਉਹਨਾਂ 'ਚ ਬਹੁਤ ਸਾਰੇ ਜਿਹੜੇ ਨੇ ਸਿੱਖ ਵੀ ਹੈਗੇ ਨੇ। ਇਹ ਅਗਲੇ ਹਫ਼ਤੇ ਡਿਟੇਲ ਵਿੱਚ ਗੱਲਬਾਤ ਕਰਾਂਗੇ ਕਿ ਕੀ ਕਾਰਨ ਹੈ ਕਿ ਇਹ ਵਹਿ ਭਰਮ ਜਿਹੜੇ ਨੇ ਸਾਡੇ 'ਤੇ ਭਾਰੂ ਹੋ ਰਹੇ ਨੇ, ਕਿਵੇਂ ਅਸੀਂ ਗੁਰੂ ਦਾ ਸਹਾਰਾ ਲੈ ਕੇ ਬਾਹਰ ਨਿਕਲਣਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 6046037555 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ harpreetsingh@gmail.com। ਭਾਈ ਸਾਹਿਬ ਨੇ ਜੋ ਪਿਛਲੇ ਸਮੇਂ ਦੇ ਦੌਰਾਨ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ, ਜੇਕਰ ਦੁਬਾਰਾ ਸੁਣਨਾ ਚਾਹੋ ਤਾਂ youtube.com/harpreetsingh ਤੇ ਜਾ ਕੇ ਦੇਖ ਸਕਦੇ ਹੋ। ਨਾਲ ਹੀ ਸਾਡੀ ਵੈਬਸਾਈਟ ਦੇ ਉੱਤੇ ਵੀ ਇਹ ਸਾਰੇ ਐਪੀਸੋਡਸ ਨੂੰ ਅਸੀਂ ਆਰਕਾਈਵ ਕਰਦੇ ਹਾਂ, harpreetsingh.com ਦੇ ਉੱਤੇ ਜਾ ਕੇ ਇਹ ਸਾਰੇ ਤੁਸੀਂ ਦੁਬਾਰਾ ਦੇਖ ਸਕਦੇ ਹੋ। ਖਾਸ ਤੌਰ ਦੇ ਉੱਤੇ ਮੈਂ ਬੇਨਤੀ ਕਰਾਂਗਾ ਕਿ ਜ਼ਰੂਰ ਇਹ ਚੀਜ਼ਾਂ ਨੂੰ ਬਾਰ-ਬਾਰ ਸੁਣੀਏ, ਕਿਉਂਕਿ ਕੌਨਸਟੈਂਟ ਬੈਟਰਿੰਗ ਨਾਲ ਹੀ ਸਾਨੂੰ ਸਾਡੇ ਦਿਮਾਗ ਵਿੱਚ ਇਹ ਸ਼ਾਇਦ ਗੱਲ ਬੈਠੇਗੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫਿਰ ਮੁਲਾਕਾਤ ਹੋਏਗੀ ਅਗਲੇ ਹਫ਼ਤੇ ਭਾਈ ਸਾਹਿਬ ਨਾਲ, ਹੋਰ ਵਡਮੁੱਲੇ ਵਿਚਾਰ ਤੇ ਜਿਹੜਾ ਇਸ਼ੂ ਟੱਚ ਕੀਤਾ ਸੀ ਵਹਿਮ ਭਰਮ ਦਾ, ਇਹਦੇ ਬਾਰੇ ਗੱਲ ਹੋਏਗੀ। ਜ਼ਰੂਰ ਦੇਖਣਾ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।